ਵੈਲਕਮ ਟੂ ਆਰਡੀਐਸ ਲੀਗਲ। ਹੁਣ ਅਸੀਂ ਡਿਸਕਸ ਕਰਾਂਗੇ ਕੁਐਸਚਨ 51 ਪ੍ਰਿੰਸੀਪਲ ਆਫ ਰੈਸ ਸਬਜੂਡਾਈਸ ਇਜ਼ ਪ੍ਰੋਵਾਈਡਡ ਇਨ। ਜੋ ਰੈਸ ਸਬਜੂਡਾਈਸ ਹੈ ਜੋ ਸਾਡਾ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਉਹ ਸੈਕਸ਼ਨ 10 ਦੇ ਵਿੱਚ ਉਸ ਨੂੰ ਪ੍ਰੋਵਾਈਡ ਕੀਤਾ ਗਿਆ ਹੈ। ਇਸ ਦੀ ਇਹ ਆਪਸ਼ਨ ਸਹੀ ਹੈ। ਇਹ ਕੁਐਸਚਨ 52 ਹੈ ਡਾਕਟਰੀਨ ਆਫ ਰੈਸ ਜੁਡੀਕਾਟਾ ਐਜ਼ ਕੰਟੇਨਡ ਇਨ ਸੈਕਸ਼ਨ 11 ਆਫ CPC इज़ बेस्ड ऑन द मैक्सिमम। जो ए ऑप्शन है नैमो डेप्ट हिज वैक्सेरी प्रो ओनो इटेडम कॉजा। ਇਹਦਾ ਮਤਲਬ ਹੁੰਦਾ ਕਿ नो मैन शुड बी ट्राइड ट्वाइस इन रिस्पैक्ट टू सेम मैटर। तो जो बी है इंटरस्ट रिपब्लिक एट सिट फिनिश लिटियम। तो जो साडा रिपब्लिक का जो ਉਹਦਾ ਇਹੀ ਇੰਟਰਸਟ ਆ ਕਿ ਜਿਹੜੀ ਲਿਟੀਗੇਸ਼ਨ ਦਾ ਅੰਤ ਹੋਵੇ। ਸਟੇਟ ਦਾ ਇਹੀ ਇੰਟਰਸਟ ਹੈ ਕਿ ਉਹ ਜਿਹੜੀ ਲਿਟੀਗੇਸ਼ਨ ਆ ਉਸ ਦਾ ਅੰਤ ਹੋਵੇ। ਸੋ ਇਹਨਾਂ ਦੋਨਾਂ ਬੇਸ 'ਤੇ ਹੀ ਹੈ ਜੋ ਸਾਡਾ ਰੈਸ ਜੁਡੀਕਾਟਾ ਵਾਲਾ ਸੈਕਸ਼ਨ ਹੈ ਉਹ ਡੀਲ ਕਰਦਾ ਹੈ। ਇਸ ਦੇ ਲਈ ਇਹ ਦੋਨੇ ਹੀ ਆਪਸ਼ਨਸ ਸੀ ਇਹ ਸਹੀ ਹੈ ਇਹ ਵੀ, ਅਤੇ ਇਹਦਾ ਰਾਈਟ ਆਨਸਰ ਹੈ ਸੀ। ਨੈਕਸਟ ਸਾਡਾ 53 ਕੁਐਸਚਨ ਹੈ ਪ੍ਰਿੰਸੀਪਲ ਆਫ ਰੈਸ ਜੁਡੀਕਾਟਾ ਅਪਲਾਈ ਬਿਟਵੀਨ ਕੋ डिफेंडेंट। ये भी रॉन्ग है। बिटवीन को प्लेंटिव ये भी रॉन्ग है। सो ये दोनों ही रॉन्ग है, नीदर ए और बी। सो इसका आंसर जो 53 का होगा वो होगा डी। इन्हां चों कोई भी नहीं है। नैक्सट है 54 वैलिडिटी ऑफ अ फॉरेन जजमेंट कैन बी चैलेंज अंडर सैक्शन 13 ऑफ CPC। इन सिविल कोर्ट ओनली, बी इन क्रिमिनल कोर्ट ओनली, and in both civil and criminal court, D neither in civil nor in criminal court। so इसका जो right answer है वो है A in civil court only। next है under section 15 of CPC every suit shall be instituted in। जो जिस तरह कि सानू भी पता है सब तो ਜਿਹੜੇ ਲੋਐਸਟ ਗ੍ਰੇਡ ਦੇ ਕੋਰਟ ਦੇ ਵਿੱਚ ਕੋਈ ਵੀ ਜੋ ਸੂਟ ਹੈ ਪਹਿਲਾਂ ਉਹ ਇੰਸਟੀਟਿਊਟ ਹੋਣੀ ਆ। सो इसका आंसर है बी। 55 का आंसर है बी। एंड नैक्सट है 56 एक्स रिसाइडिंग इन दिल्ली पब्लिश स्टेटमेंट डेफामेटरी टू वाई इन कलकत्ता। वाई कैन स्यू एक्स एट। सो जिस तरह की सानू पता ही है कि जिथे प्लेंटिव रहिंदा है जां वो अपनी वाली जगह ते जां जिथे कॉज ऑफ एक्शन अराइज होया आ उन्हां जगह ते उत्ते जां डिफेंडेंट जिथे रहिंदा है आपां सूट फाइल कर सकते हैं। सो ਇਹਦੀ जो राइट आंसर होगा 56 का वो डी होगा कि वो ਜਾਂ ਤਾਂ ਦਿੱਲੀ ਵੀ ਕਰ ਸਕਦਾ ਹੈ ਅਤੇ ਕਲਕੱਤਾ ਵੀ ਫਾਈਲ ਕਰ ਸਕਦਾ ਹੈ ਸੂਟ। ਨੈਕਸਟ ਹੈ 57 ਆ ਸੂਟ ਫॉर ਡੈਮੇजेस ਫॉर ਬ੍ਰੀਚ ਆਫ ਕੰਟਰੈਕਟ ਕੈਨ ਵੀ ਫਾਈਲਡ ਐਟ ਅ ਪਲੇਸ। ਬ੍ਰੀਚ ਆਫ ਕੰਟਰੈਕਟ ਦੀ ਆਪਾਂ ਜਿਹੜੀ ਸੂਟ ਆ ਇਹ ਕਿੱਥੇ ਫਾਈਲ ਕਰ ਸਕਦੇ ਹਾਂ। ਇੱਕ ਤਾਂ ਹੈ ਜਿੱਥੇ ਆਪਾਂ ਕੰਟਰੈਕਟ ਮੇਡ ਹੋਇਆ ਉੱਥੇ ਵੀ ਫਾਈਲ ਕਰ ਸਕਦੇ ਹਾਂ। ਵੇਅਰ ਦੀ ਕੰਟਰੈਕਟ ਵਾਸ ਟੂ ਵੀ ਪਰਫੋਰਮਡ ਔਰ ਬ੍ਰੀਚ ਕੰਟਰੈਕਟ ਜਿੱਥੇ ਸਾਡਾ ਕਾਜ਼ ਆਫ ਐਕਸ਼ਨ ਯਾਨੀ ਕਿ ਬ੍ਰੀਚ ਹੋਇਆ ਉੱਥੇ ਵੀ ਫਾਈਲ ਕਰ ਸਕਦੇ ਹਾਂ। ਸੋ ਇਸ ਦਾ ਵੀ ਆਨਸਰ ਹੈ ਦੋਨੇ ਠੀਕ ਹੈ A ਅਤੇ B, ਅਤੇ ਇਸ ਲਈ ਇਹਦਾ D ਆਨਸਰ ਹੈ। ਨੈਕਸਟ ਹੈ 58 ਇਨ ਐਵਰੀ ਪਲੇਂਟ ਅੰਡਰ ਸੈਕਸ਼ਨ 26 ਆਫ CPC ਫੈਕਟ ਸ਼ੁੱਡ ਬੀ ਪ੍ਰੂਵਡ ਬਾਏ। ਸੋ ਜਿਸ ਤਰ੍ਹਾਂ ਇਹ ਵੀ ਸਾਨੂੰ ਪਤਾ ਹੈ ਕਿ ਜੋ ਫੈਕਟ ਆ ਉੱਥੇ ਅਸੀਂ ਐਫੀਡੈਵਿਟ ਦੇ ਦੁਆਰਾ ਹੀ ਪ੍ਰੂਵ ਕਰਦੇ ਹਾਂ। ਨੈਕਸਟ ਹੈ 59 ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਆਫ ਆ ਸਟੈਂਡਰਡ ਫਾਰਮ ਕੰਟਰੈਕਟ। ਜੋ ਸਟੈਂਡਰਡ ਫਾਰਮ ਕੰਟਰੈਕਟ ਹੁੰਦੇ ਆ ਕਿ ਅਸੀਂ ਇੱਕ ਹੀ ਕੰਟਰੈਕਟ ਬਣਾ ਦਿੱਤਾ ਜਾਂਦਾ ਹੈ ਸਾਰੇ ਪਰਸਨ ਦੇ ਲਈ, ਅਤੇ ਜੋ ਨੈਕਸਟ ਪਾਰਟੀ ਹੁੰਦੀ ਜਿਸ ਨੇ ਅਸੈਪਟ ਕਰਨਾ ਹੁੰਦਾ ਹੈ ਉਸ 'ਤੇ ਹੁੰਦਾ ਹੈ ਜਾਂ ਤਾਂ ਉਹ ਇਸ ਨੂੰ ਅਸੈਪਟ ਕਰੇ ਜਾਂ ਰਿਜੈਕਟ ਕਰੇ, ਟੇਕ ਔਰ ਟੇਕ ਨੋਟ। ਜਿਸ ਤਰ੍ਹਾਂ ਕਿ ਕੋਈ ਵੀ ਕਹਿ ਲਓ ਕਿ ਐਡਵਰਟਾਈਜ਼ਮੈਂਟ ਆ ਉਹ ਸਾਡੇ 'ਤੇ ਹੈ ਅਸੀਂ ਉਸ ਚੀਜ਼ ਨੂੰ ਅਸੈਪਟ ਕਰਦੇ ਜਾਂ ਨਹੀਂ ਕਰਦੇ ਹੈਗੇ। ਅਤੇ ਸੋ ਇਸ ਦੀਆਂ ਆਪਸ਼ਨ ਹੈ ਇਟ ਇਜ਼ ਅ ਵੈਲਿਡ ਕੰਟਰੈਕਟ, ਯੈਸ ਇਟ ਇਜ਼ ਅ ਵੈਲਿਡ ਕੰਟਰੈਕਟ, ਵਨ ਪਾਰਟੀ ਹੈਜ਼ ਨੋ ਚੋਇਸ ਵਟ ਟੂ ਅਸੈਪਟ ਐਂਡ ਸਾਈਨ ਦੀ ਕੰਟਰੈਕਟ। ਸੋ ਇਹ ਰੋਂਗ ਹੈ ਕਿਉਂ ਇਹ ਪਾਰਟੀ ਕੋਲ ਚੋਇਸ ਹੁੰਦੀ ਆ ਉਹ ਅਸੈਪਟ ਕਰ ਸਕਦੀ ਜਾਂ ਨਹੀਂ ਵੀ ਅਸੈਪਟ ਕਰ ਸਕਦੀ। ਦੀ ਕੰਸੈਂਟ ਇਜ਼ ਨੋਟ ਅ ਫ੍ਰੀ ਕੰਸੈਂਟ ਇਹ ਵੀ ਗਲਤ ਹੈ। ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਸਿਰਫ ਇਹ ਹੀ ਹੈ। ਨੈਕਸਟ ਹੈ ਸਾਡਾ ਐਜ਼ ਅ ਜਨਰਲ ਰੂਲ ਐਨ ਐਗਰੀਮੈਂਟ ਮੇਡ ਵਿਦਆਊਟ ਕੰਸੀਡਰੇਸ਼ਨ ਇਜ਼। ਸੋ ਐਜ਼ ਅ ਜਨਰਲ ਰੂਲ ਜਿਸ ਤਰ੍ਹਾਂ ਪਤਾ ਹੀ ਹੈ ਬਿਨਾਂ ਕੰਸੀਡਰੇਸ਼ਨ ਤੋਂ ਜਿਹੜਾ ਕੋਈ ਵੀ ਕੰਟਰੈਕਟ ਹੈ ਉਹ ਵੋਇਡ ਹੁੰਦਾ ਹੈ। 61 है जो अ कंटिजेंट एग्रीमेंट बेस्ड ऑन एन इम्पॉसिबल इवेंट अंडर सेक्शन 36 इज़।
ਸੋ ਇਹ ਵੀ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਜੋ ਕੰਟੀਨਜਨ ਕੰਟਰੈਕਟ ਹੈ ਉਹ ਵੀ ਵੋਇਡ ਹੀ ਹੁੰਦੇ ਆ। ਨੈਕਸਟ ਹੈ 62 ਕੰਸੈਂਸਸ ਐਡ ਇਡਮ ਮੀਨਸ। ਸੋ ਇਸ ਦਾ ਜੋ ਹੁੰਦਾ ਹੈ ਕਿ ਮੀਟਿੰਗ ਆਫ ਮਾਈਂਡਸ ਅਪੋਨ ਦੀ ਸੇਮ ਥਿੰਗਸ ਇਨ ਦੀ ਸੇਮ ਸੈਂਸ। ਸੀ ਇਸ ਦਾ ਰਾਈਟ ਆਂਸਰ ਹੈ। ਇਨ ਫੇਮਸ ਕਾਰਲਿਲ ਵਰਸਸ ਕਾਰਬੋਲਿਕ ਸਮੋਕ ਵਾਲ ਕੰਪਨੀ the Honorable court held that the contract was accepted on wing। ਸੋ ਜਿਸ ਤਰ੍ਹਾਂ ਕਿ ਇਸ ਫੇਮਸ ਕੇਸ ਬਾਰੇ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਲਮੋਸਟ ਜਿਹੜਾ ਉਸ ਟਾਈਮ ਹੀ ਅਸੀਂ ਅਸੈਪਟ ਹੋ ਜਾਂਦਾ ਕੰਟਰੈਕਟ ਜਦੋਂ ਕਿਸੇ ਪਰਸਨ ਨੇ ਇੱਕ ਸਟੈਂਡਰਡ ਕੰਟਰੈਕਟ 'ਤੇ ਐਕਟ ਕਰਨਾ ਸ਼ੁਰੂ ਕਰ ਦਿੱਤਾ। ਨੈਕਸਟ ਹੈ ਸਾਡਾ 64 ਇਨ ਐਡੀਕੁਐਸੀ ਆਫ ਕੰਸਟੀਟਿਊਸ਼ਨ ਡਜ਼ ਨਾਟ ਮੇਕ ਦੀ ਕੰਟਰੈਕਟ। ਸੋ ਜੇ ਕੌਂਸਟੀਟਿਊਸ਼ਨ ਸਾਡੀ ਘੱਟ ਵੱਧ ਵੀ ਹੈ ਤਾਂ ਇਹ ਜਿਹੜੀ ਆ ਕੰਟਰੈਕਟ ਨੂੰ ਵੋਇਡ ਨਹੀਂ ਬਣਾ ਦਿੰਦੀ ਹੈਗੀ। ਇਸ ਦਾ ਆਨਸਰ ਇਹ ਆ। ਇਹ ਜਸਟ ਇਨ ਪਰਸੋਨਮ ਮੀਨਸ ਆ ਰਾਈਟ। ਜੋ ਜਸਟ ਪਰਸੋਨਮ ਹੁੰਦਾ ਹੈ ਕਿ ਕਿਸੇ ਸਪੈਸੀਫਿਕ ਪਰਸਨ ਦੀ ਜਿੱਥੇ ਆਪਾਂ ਗੱਲ ਕਰ ਰਹੇ ਹੋਈਏ। ਸੋ 65 ਦਾ ਆ ਆਨਸਰ ਹੋਵੇਗਾ ਏ। ਨੈਕਸਟ ਹੈ 66 ਐਕਸਪੋਜ਼ਰ ਆਫ ਗੁਡਸ ਵਾਈ ਆ ਸ਼ੌਪਕੀਪਰ ਇਜ਼। ਸੋ ਇਹ ਵੀ ਜਿਸ ਤਰ੍ਹਾਂ ਕਿ ਆਲਮੋਸਟ ਸਾਨੂੰ ਪਤਾ ਹੀ ਹੈ ਇੱਕ ਜਿਹੜਾ ਇਸ ਦਾ ਮਤਲਬ ਹੁੰਦਾ ਕਿ ਆਫਰ ਕਰਨਾ। ਉਹ ਸਾਨੂੰ ਆਫਰ ਕਰ ਰਿਹਾ ਨਾ ਕਿ ਉਹ ਤੁਹਾਡਾ ਕੋਈ ਆਫਰ ਆ ਐਕਸੈਪਟ ਕਰ ਰਿਹਾ ਆ। ਆਫਰ ਫॉर ਸੇਲ। ਸੋ ਸਾਡਾ ਜੋ 66 ਹੈ ਜੋ ਸਾਡਾ ਇਹ 66 ਹੈ ਇੱਕ ਉਹਦੇ ਵਿੱਚ ਉਹ ਸਾਨੂੰ ਇਨਵੀਟੇਸ਼ਨ ਦੇ ਰਿਹਾ ਹੈ ਇਨਵੀਟੇਸ਼ਨ ਟੂ ਆਫਰ। ਅਤੇ ਅਸੀਂ ਆ ਕੇ ਉੱਥੇ ਆਫਰ ਕਰਾਂਗੇ ਅਤੇ ਉਹ ਨੈਕਸਟ ਸਾਡਾ ਐਕਸੈਪਟ ਕਰੇਗਾ ਜਾਂ ਨਹੀਂ ਕਰੇਗਾ ਉਸ 'ਤੇ ਹੈ। ਸੋ ਜੋ ਇਸ ਤਰ੍ਹਾਂ ਆਪਾਂ ਇਹਨੂੰ ਆਫਰ ਫॉर ਸੇਲ ਨਹੀਂ ਮੰਨ ਕੇ ਚੱਲਾਂਗੇ, ਇਹ ਜਸਟ ਹੋਵੇਗਾ ਇਨਵੀਟੇਸ਼ਨ ਫॉर ਆਫਰ। ਨੈਕਸਟ ਹੈ ਸਾਡਾ 67 ਐਨ ਐਗਰੀਮੈਂਟ ਟੂ ਰਿਮੇਨ ਅਨਮੈਰਿਡ। ਸੋ ਇਸ ਤਰ੍ਹਾਂ ਦੇ ਜੋ ਕੰਟਰੈਕਟ ਹੈ ਐਗਰੀਮੈਂਟ ਹੈ ਮੈਰਿਜ ਨੂੰ ਲੈ ਕੇ, ਇਸ ਤਰ੍ਹਾਂ ਦੇ ਜਿਹੜੇ ਕੰਟਰੈਕਟ ਹੈ ਅੰਡਰ ਸੈਕਸ਼ਨ 26 ਕੰਟਰੈਕਟ ਐਕਟ ਇਹ ਵੋਇਡ ਹੁੰਦੇ ਆ। ਨੈਕਸਟ 68 ਹੈ ਜੋ ਸਾਡਾ ਐਨ ਐਗਰੀਮੈਂਟ ਇੰਫੋਰਸੇਬਲ ਐਟ ਲਾਅ ਇਜ਼ ਇੰਫੋਰਸੇਬਲ ਅਸੈਪਟੈਂਸ ਅਸੈਪਟਡ ਆਫਰ ਅਪਰੂਵਡ ਪ੍ਰੋਮਿਸ ਜਾਂ ਕੰਟਰੈਕਟ। ਜਿਹੜਾ ਐਗਰੀਮੈਂਟ ਇੰਫੋਰਸੇਬਲ ਬਾਏ ਲਾਅ ਇਜ਼ ਅ ਕੰਟਰੈਕਟ। ਇਸ ਦਾ ਰਾਈਟ ਆਂਸਰ ਹੈ ਡੀ। 69 ਐਨ ਐਗਰੀਮੈਂਟ ਸ਼ੈਲ ਬੀ void for mistake of fact by one party, mistake of fact by both the parties, mistake of foreign law, all the above। ਸੋ ਇਸ ਦੇ ਜੋ ਪ੍ਰੋਬੇਬਲ ਆਨਸਰ ਆ ਉਹ ਹੈ ਏ ਅਤੇ ਬੀ। ਸੋ ਜੋ ਫੋਰਨ ਲਾਅ ਉਸ ਚੀਜ਼ ਨੂੰ ਲੈ ਕੇ ਮਿਸਟੇਕ ਨਹੀਂ ਹੋ ਸਕਦੀ। ਇਸ ਦੇ ਲਈ ਜੋ ਇਹਦੇ ਵਿੱਚ ਦੋਨੇ ਆਪਸ਼ਨਾਂ ਏ ਅਤੇ ਬੀ ਸਹੀ ਸੀਗੀਆਂ ਬਟ ਜਿਸ ਕਰਕੇ ਇਸ ਨੂੰ ਡਿਲੀਟ ਕਰਨਾ ਪਿਆ ਇਸ ਕੁਐਸਚਨ ਨੂੰ। ਨੈਕਸਟ ਹੈ 17 ਵੋਇਡ ਐਗਰੀਮੈਂਟ ਸਿਗਨੀਫਾਈਜ਼ ਐਗਰੀਮੈਂਟ ਇਲੀਗਲ ਇਨ ਨੇਚਰ, ਐਗਰੀਮੈਂਟ ਨੋਟ ਇੰਫੋਰਸੇਬਲ ਬਾਏ ਲਾਅ, ਐਗਰੀਮੈਂਟ ਵਾਇਲੇਟਿੰਗ ਲੀਗਲ ਪ੍ਰੋਸੀਜਰ, ਐਗਰੀਮੈਂਟ ਅਗੇਂਸਟ ਪਬਲਿਕ ਪੋਲਿਸੀ। ਸੋ ਇਸ ਦਾ ਰਾਈਟ ਆਂਸਰ ਹੈ ਬੀ ਐਗਰੀਮੈਂਟ ਨੋਟ ਇੰਫੋਰਸੇਬਲ ਬਾਏ ਲਾਅ। 71 ਹੈ ਆ ਪ੍ਰਪੋਜ਼ਲ ਵੈਨ ਅਸੈਪਟਡ ਬਿਕਮ। ਜਦੋਂ ਪ੍ਰਪੋਜ਼ਲ ਨੂੰ ਅਸੈਪਟ ਕਰ ਲੈਂਦੇ ਆ ਅਤੇ ਉਹ ਪ੍ਰੋਮਿਸ ਬਣ ਜਾਂਦਾ ਅੰਡਰ ਸੈਕਸ਼ਨ 2V ਦੇ। ਨੈਕਸਟ ਹੈ ਸਾਡਾ 72 ਆਫਰ ਅੰਡਰ ਸੈਕਸ਼ਨ 2A ਇਜ਼। 2A ਦੇ ਅੰਦਰ ਇਹੀ ਹੈ ਕਿ ਵਿਲਿੰਗਨੈਸ ਟੂ ਡੂ ਔਰ ਅਬਸਟੇਨ ਫਰੋਮ ਡੂਇੰਗ ਐਨ ਐਕਟ ਇਨ ਆਰਡਰ ਟੂ ਅਬਸਟੇਨ ਦੀ ਅਸੈਂਟ ਆਫ ਅਦਰ ਦੇਅਰ ਟੂ। ਸੋ 72 ਦਾ ਹੈ ਜੋ ਉਹ ਹੈ ਆਨਸਰ ਸੀ। ਨੈਕਸਟ 73 ਹੈ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਇਨਕਰੈਕਟ। ਇਹਨਾਂ ਦੇ ਵਿੱਚੋਂ ਜੋ ਸਟੇਟਮੈਂਟ ਇਨਕਰੈਕਟ ਕਿਹੜੀ ਹੈ। ਸੋ ਆ ਸਪੈਸੀਫਿਕ ਰਿਲੀਫ ਐਕਟ 1963 ਐਕਸਟੈਂਡ ਟੂ ਦੀ ਹੋਲ ਆਫ ਇੰਡੀਆ ਐਕਸੈਪਟ ਸਟੇਟ ਆਫ ਜੰਮੂ ਐਂਡ ਕਸ਼ਮੀਰ। ਐਟ ਪ੍ਰੈਜੈਂਟ ਜੋ ਇਹ ਵਾਲੀ ਸਟੇਟਮੈਂਟ ਇਹ ਵੀ ਗਲਤ ਹੋ ਗਈ ਬਟ ਜਦੋਂ ਸੀਗਾ ਇਹ ਉਦੋਂ ਉਸ ਟਾਈਮ ਸਹੀ ਸੀਗੀ। जो बी ऑप्शन है स्पेसिफिक परफॉर्मेंस इज ग्रांटेड वेयर देयर इज एग्जिस्टेड नो स्टैंडर्ड फॉर असर्टिंग डैमेजेस, ये भी सही है।
where the aggrieved party can be adequately compensated in money, he will get only a decree for damages and not for a recourse to। ਇਹ ਵੀ ਸਹੀ ਹੈ ਕਿ ਜਿੱਥੇ ਕੰਪਨਸੇਟ ਪੈਸਿਆਂ ਦੇ ਵਿੱਚ ਹੁੰਦਾ ਤੇ ਉੱਥੇ ਪੈਸਿਆਂ ਦੇ ਵਿੱਚ ਹੀ ਕੀਤਾ ਜਾਵੇਗਾ। ਤੇ ਡੀ ਹੈ ਨਨ ਆਫ ਦੀ ਅਬਵ। ਸੋ ਉਦੋਂ ਦੇ ਹਿਸਾਬ ਨਾਲ ਜਦੋਂ ਦਾ ਇਹ ਕੁਐਸਚਨ ਹੈ ਸਾਰੀਆਂ ਸਟੇਟਮੈਂਟਾਂ ਸਹੀ ਹੈ ਤੇ ਇੱਥੇ ਜੋ ਇਸ ਦੀ ਆਪਸ਼ਨ ਹੈ ਡੀ ਨਨ ਆਫ ਦੀ ਅਬਵ। ਲੇਕਿਨ ਹੁਣ ਐਟ ਪ੍ਰੈਜੈਂਟ ਜੋ 370 ਅਬੋਲਿਸ਼ ਹੋਣ ਦੇ ਨਾਲ ਜੋ ਫਸਟ ਸਟੇਟਮੈਂਟ ਆ ਉਹ ਵੀ ਗਲਤ ਹੋ ਰਹੀ ਹੈ। 74 ਵਿਚ ਆਫ ਦੀ ਫੋਲੋਇੰਗ ਇਜ਼ ਦੀ ਕਰੈਕਟ ਸਟੇਟਮੈਂਟ। ਅੰਡਰ ਸੈਕਸ਼ਨ 7 ਆਫ ਦੀ ਸੂਟ ਮੇ ਵੀ for recovery of special movable property or in the alternative for compensation। B हैगी under section 8 pecuniary compensation is not adequate relief to the plaintiff for the loss of the article to the relief laid is for the injunction sustaining the defendant from disposing of the article or otherwise injuring or concealing it or for return of the same। ਸੋ ਜੋ ਜਿਹੜੀਆਂ ਇਸ ਕੁਐਸਚਨ ਦੇ ਵਿੱਚ ਆ ਦੋਨੇ ਸਟੇਟਮੈਂਟਾਂ ਸਹੀ ਆ ਅਤੇ ਇਸ ਲਈ ਇਹਦਾ ਆਨਸਰ ਹੈ ਸੀ। 75 ਟਰਾਂਸਫਰ ਆਫ ਪ੍ਰੋਪਰਟੀ ਐਕਟ 1882 ਅਨਵੋਨ ਪਰਸਨ ਇਨਕੁਆਇਰ ਵੈਸਟਿਡ ਇੰਟਰਸਟ ਔਨ ਟਰਾਂਸਫਰ ਆਫ ਹਿਜ਼ ਬੈਨੀਫਿਟ ਅੰਡਰ ਟਰਾਂਸਫਰ ਪ੍ਰੋਪਰਟੀ ਐਕਟ। ਜਦੋਂ ਹੀ ਉਸਦਾ ਵਰਥ ਹੁੰਦਾ ਹੈ ਉਦੋਂ ਹੀ ਉਹ ਆਪਣਾ ਐਕਵਾਇਰ ਕਰ ਲੈਂਦਾ ਹੈ। ਨੈਕਸਟ ਹੈ 76 ਵਿਚ ਆਫ ਦੀ selling transfer of property act deal which section transfer of property act deal with onerous gift। ਸੋ ਗਿਫਟ ਨੂੰ ਲੈ ਕੇ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਜੋ ਸੈਕਸ਼ਨ 127 ਹੈ ਉਹ ਡੀਲ ਕਰਦਾ ਹੈ। ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਕੇਮ ਇਨ ਟੂ ਫੋਰਸ ਔਨ 1 ਮਾਰਚ 1882 ਨੂੰ ਫੋਰਸ ਦੇ ਵਿੱਚ ਆਇਆ ਸੀਗਾ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ। ਅਤੇ 78 ਹੈ The term negotiable instrument is defined in the Negotiable Instrument Act 1881 under section। ਸੋ ਇਹ 13 ਸੈਕਸ਼ਨ ਦੇ ਅੰਡਰ ਇਸ ਨੂੰ ਡਿਫਾਈਨ ਕੀਤਾ ਗਿਆ ਹੈ। ਨੈਕਸਟ ਹੈ 79 The existence of statutes of limitation are due to long dormant claims have more of cruelty than justice in them। The defendant may have lost the evidence to dispute the still claim। Person with good cause of action should pursue them with reasonable diligence। ਸੋ ਇੱਥੇ ਸਾਰੀਆਂ ਸਟੇਟਮੈਂਟਾਂ ਸਹੀ ਆ 79 ਦੇ ਵਿੱਚ। ਸੋ ਇਸ ਦਾ ਆਨਸਰ ਆਵੇਗਾ ਡੀ। 80 ਲਿਮੀਟੇਸ਼ਨ ਐਕਟ ਇਜ਼ ਐਪਲੀਕੇਬਲ ਟੂ। ਸੋ ਜਿਸ ਤਰ੍ਹਾਂ ਕਿ ਸਾਨੂੰ ਪਤਾ ਹੀ ਹੈ ਜੋ ਕ੍ਰਿਮੀਨਲ ਲਾਅ ਉੱਥੇ ਲਿਮੀਟੇਸ਼ਨ CRPC ਦੇ ਵਿੱਚ ਡਿਫਾਈਨ ਕੀਤਾ ਗਿਆ ਅਤੇ ਜੋ ਲਿਮੀਟੇਸ਼ਨ ਐਕਟ ਹੈ ਉਹ ਸਿਵਲ ਸੂਟ 'ਤੇ ਅਪਲਾਈ ਹੁੰਦਾ। 81 upon failure to hold statutory meeting the penalty for the defaulting company shall be 500 bond of 100 per day of default। ਸੋ ਇਹਦੇ ਵਿੱਚ ਆਨਸਰ ਹੈ ਸਰ ਡੀ ਨਨ ਆਫ ਦੀ ਅਬਵ। ਨੈਕਸਟ ਹੈ ਸਾਡਾ 82 ਫ੍ਰੀ ਟਰਾਂਸਫਰੇਬਿਲਟੀ ਆਫ ਸ਼ੇਅਰ ਇਜ਼ ਮੈਂਡੇਟਰੀ ਇਨ ਇਹ ਸਿਰਫ ਪਬਲਿਕ ਕੰਪਨੀ ਦੇ ਵਿੱਚ ਹੁੰਦਾ ਹੈ। ਸੋ ਸੀ ਆਨਸਰ ਹੈ ਇਸ ਦਾ। The memorandum of association of a listed company shall be as per table B ਦੇ ਅੰਡਰ ਹੁੰਦਾ ਹੈ ਜੋ ਸਾਡਾ memorandum of association। 84 which of the following clause for the memorandum of association cannot be amended। ਸੋ ਸਾਡਾ 84 ਹੈ। ਇਸ ਕੁਐਸਚਨ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਸੀਗਾ। ਇਹਦੇ ਵਿੱਚ ਅਸੀਂ ਜੋ ਓਬਜੈਕਟ ਕਲੌਜ਼ ਆ ਉਸ ਨੂੰ ਨਹੀਂ ਚੇਂਜ ਕਰ ਸਕਦੇ ਹੈਗੇ ਅਤੇ ਰਜਿਸਟਰਡ ਆਫਿਸ ਆ ਜਿਹੜੀ ਕਲੌਜ਼ ਇਸ ਨੂੰ ਨਹੀਂ ਚੇਂਜ ਕਰ ਸਕਦੇ। ਇਹ ਸਿਰਫ ਜਾ ਕੇ ਸਾਡੀਆਂ ਜੋ ਰਜਿਸਟਰਡ ਆਫਿਸ ਹੈ ਜਿੱਥੇ ਕਰਦੇ ਹਾਂ ਅਸੀਂ ਉੱਥੇ ਜਾ ਕੇ ਇਹ ਸਾਡਾ ਚੇਂਜ ਹੋਵੇਗਾ। ਅਸੀਂ ਖੁਦ ਨਹੀਂ ਕਰ ਸਕਦੇ ਹੈਗੇ ਇਸ ਚੀਜ਼ ਨੂੰ ਲੈ ਕੇ। ਇਸ ਲਈ ਐਂਬੀਗਿਟੀ ਹੋਣ ਕਰਕੇ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਨੈਕਸਟ ਹੈ ਸਾਡਾ 85 ਇਨ ਦੀ IPC ਨਥਿੰਗ ਇਜ਼ ਐਨ ਅਫੈਂਸ ਵਿਚ ਇਜ਼ ਡਨ ਬਾਈ ਅ ਚਾਈਲਡ। ਜਿਸ ਤਰ੍ਹਾਂ ਪਤਾ ਹੀ ਹੈ ਸਾਨੂੰ ਜੋ ਸਾਡਾ 7 years ਜੋ 82 ਹੈ ਸੈਕਸ਼ਨ IPC ਦਾ। ਰਾਈਟ ਆਫ ਪ੍ਰਾਈਵੇਟ ਡਿਫੈਂਸ ਆਫ ਦੀ ਬੋਡੀ ਐਕਸਟੈਂਡ ਟੂ ਵਲੰਟਰੀ ਕਾਜ਼ਿੰਗ ਡੈਥ ਇਫ ਦੀ ਅਫੈਂਸ ਵਿੱਚ ਓਕੇਸ਼ਨਸ ਦੀ ਐਕਸਰਸਾਈਜ਼ ਆਫ ਰਾਈਟ। ਜਿੱਥੇ ਸਾਨੂੰ ਰੀਜ਼ਨੇਬਲੀ ਕਾਜ਼ ਐਪਰੀਸੀਏਸ਼ਨ ਡੈਥ ਵਿਲ ਬੀ ਕਾਜ਼ਡ ਹੋਵੇ, ਜਿੱਥੇ ਡੈਥ ਦੀ ਸਾਨੂੰ ਐਪਰੀਸੀਏਸ਼ਨ ਹੋਵੇ ਉੱਥੇ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਇਸ ਦਾ ਆਨਸਰ ਹੈ ਏ। ਅੰਡਰ ਸੈਕਸ਼ਨ 498A ਦੀ ਕ੍ਰੂਐਲਟੀ ਮੀਨਸ ਦੋਨੇ ਫਿਜ਼ੀਕਲ ਐਂਡ ਮੈਂਟਲ। ਸੋ ਇਸ ਦਾ ਆਨਸਰ ਹੈ ਸੀ।
What is the offence where preparation itself of a offence is punishable? Theft, ਡਕੈਤੀ, murder, rape। ਡਕੈਤੀ ਦੇ ਵਿੱਚ ਜੋ preparation ਵੀ ਹੈ ਉਹ punishable ਹੈ। 89 in Rex vs Govinda the points of distinction between the two provision of the IPC were explained। ਸੋ ਇਸ ਇਹ ਵੀ ਫੇਮਸ ਕੇਸ ਹੈ ਜਿਹਦੇ ਵਿੱਚ 299 ਐਂਡ 300 ਦੇ ਵਿੱਚ ਡਿਸਟਿੰਕਸ਼ਨ ਕੀਤੀ ਗਈ ਸੀ। ਨੈਕਸਟ ਹੈ ਕੁਐਸਚਨ ਆ ਹੈ ਸੈਕਸ਼ੂਅਲ ਇੰਟਰਕੋਰਸ ਵਿਦ ਹਿਜ਼ ਓਨ ਵਾਈਫ ਐਗਰੀਡ ਅਬਾਊਟ 14 ਈਅਰਸ ਵਿਦ ਹਰ ਕੰਸੈਂਟ ਆ ਕਮਿਟਡ। ਸੋ ਇਹਦੇ ਵਿੱਚ ਜੋ ਆਨਸਰ ਹੈ ਇਸ ਦਾ ਬੀ ਅਫੈਂਸ ਆਫ ਰੇਪ। ਹੁਣ ਜੋ ਕਿ ਏਜ ਹੈ 16 ਤੋਂ 18 ਕਰ ਦਿੱਤੀ ਗਈ ਹੈ ਇਹ ਇੱਕ ਲੇਟੈਸਟ ਜੱਜਮੈਂਟ ਦੇ ਦੁਆਰਾ। ਸੋ ਸੈਕਸ਼ੂਅਲ ਇੰਟਰਕੋਰਸ ਇਹ ਵਿਦ ਹਿਜ਼ ਓਨ ਵਾਈਫ ਅੰਡਰ ਦੀ ਏਜ ਆਫ 18 is also a offence of rape।